ओवरऑल ही वैसे मैं तुहानूं दस्सां भी ਜਿਹੜੇ ਲੇਖਕ ਵੱਡੇ ਲੇਖਕ ਵੀ ਹੁੰਦੇ ਬਣ ਜਾਂਦੇ ਆ ਨਾ, ਉਹਨਾਂ ਦੀ ਸ਼ੁਰੂਆਤ ਇੱਦਾਂ ਦੇ ਜਿਹੜੇ ਹਲਕੇ ਕਿਸਮ ਦੇ ਸਾਹਿਤ ਤੋਂ ਹੁੰਦੀ ਹੈ। ਪਹਿਲੀ ਕਵਿਤਾ ਮੈਂ ਮਾਂ ਲਿਖੀ, ਮੈਨੂੰ ਕਵਿਤਾ ਤਾਂ ਯਾਦ ਨਹੀਂ ਹੈ, ਪਰ ਉਹਦਾ ਸਾਰ ਤੱਤ ਕੁਝ ਇੱਦਾਂ ਸੀ ਵੀ ਸਾਡੀਆਂ ਮਤਲਬ ਦੋ ਮਾਵਾਂ ਨੇ, ਇੱਕ ਸਾਡੀ ਧਰਤੀ ਮਾਂ ਆ, ਇੱਕ ਜਨਮ ਦੇਣ ਵਾਲੀ ਮਾਂ ਆ। ਪਰ ਨਜ਼ਮ ਦਾ ਤੇ ਗਜ਼ਲ ਦਾ ਆਪਸੀ ਕੋਈ ਝਗੜਾ ਤਾਂ ਹੈ ਨਹੀਂ। ਆਮ ਤੌਰ 'ਤੇ ਝਗੜਾ ਜਿਹਾ ਬਣਾ ਕੇ ਰੱਖਦੇ ਆ ਲੋਕ। ਉਹ ਜਦੋਂ ਖਾਸ ਤੌਰ 'ਤੇ ਜਿਹੜਾ ਟੈਰਰਿਜ਼ਮ ਦਾ ਦੌਰ ਸੀ ਨਾ, ਉਦੋਂ ਜਦੋਂ ਪੜ੍ਹਨ ਦੇ ਨਾਲ ਨਾਲ ਇਹ ਸਾਰਾ ਕੁਝ ਚੱਲ ਰਿਹਾ ਸੀ ਅਤੇ ਟਕਰਾਅ ਵੀ ਚੱਲ ਰਿਹਾ ਸੀ, ਅਤੇ ਉਦੋਂ ਇਹ ਨਹੀਂ ਸੀ ਲੱਗਦਾ ਹੁੰਦਾ ਵੀ ਅੱਜ ਸਵੇਰੇ ਘਰੋਂ ਜਾ ਰਹੇ ਹਾਂ ਵੀ ਸ਼ਾਮ ਨੂੰ ਮੁੜਨਾ ਜਾਂ ਨਹੀਂ ਮੁੜਨਾ। ਦੁਨੀਆ 'ਚ ਕਿਤੇ ਵੀ ਕੋਈ ਨਿਰਪੱਖ ਨਹੀਂ ਹੈ, ਹਰ ਵਿਅਕਤੀ ਦਾ ਇੱਕ ਧੜਾ ਹੁੰਦਾ। ਸਵਾਲ ਇਹ ਹੈ ਕਿ ਤੁਸੀਂ ਧੜੇ ਨੂੰ ਦੇਖਦੇ ਕਿੱਦਾਂ। ਮੈਂ ਜਰਨਲਿਜ਼ਮ ਵੀ ਕੀਤੀ ਆ ਜਾਂ ਮੈਂ ਕੋਈ ਵੀ ਐਕਟੀਵਿਟੀ ਕੀਤੀ ਆ, ਮੈਂ ਇੱਕ ਧੜੇ ਦੀ ਐਕਟੀਵਿਟੀ ਕੀਤੀ, ਮੈਂ ਲੋਕਾਂ ਲਈ ਕੀਤੀ ਆ। ਸੋ ਮੇਰਾ ਧੜਾ ਮੇਰੇ ਲੋਕ ਨੇ। ਬੜੀ ਜਰਜ਼ਰ ਹੋਈ ਕਿਸ਼ਤੀ ਮਲਾਹ ਸਸਤਾਉਣ ਲੱਗਾ ਹੈ, ਸਮੁੰਦਰ ਅੱਜ ਕੱਲ੍ਹ ਮੱਛੀਆਂ ਨੂੰ ਸੁੱਕਣੇ ਪਾਉਣ ਲੱਗਾ ਹੈ। ਉਹਦੇ ਸ਼ਬਦਾਂ 'ਚ ਜੁਗਨੂੰ ਚਿਣਕ ਤੇ ਸੂਰਜ ਦੇ ਦਾਅਵੇ ਨੇ, ਉਹਦੇ ਸ਼ਬਦਾਂ 'ਚ ਜੁਗਨੂੰ ਚਿਣਕ ਤੇ ਸੂਰਜ ਦੇ ਦਾਅਵੇ ਨੇ, ਮਗਰ ਅਮਲਾਂ 'ਚੋਂ ਚਾਨਣ ਦੇ ਰੁੱਖ ਕਟਵਾਉਣ ਲੱਗਾ ਹੈ, ਮਗਰ ਅਮਲਾਂ 'ਚੋਂ ਚਾਨਣ ਦੇ ਰੁੱਖ ਕਟਵਾਉਣ ਲੱਗਾ ਹੈ। ਸਾਹਿਤ ਧਾਰਾ ਚੈਨਲ ਦਾ ਸ਼ੁਕਰੀਆ, ਨਾਲ ਮਨਦੀਪ ਕੌਰ ਭਮਰਾ ਹੋਰਾਂ ਦਾ ਸ਼ੁਕਰੀਆ, ਜਿਨ੍ਹਾਂ ਨੇ ਬੜਾ ਵਧੀਆ ਉਪਰਾਲਾ ਸ਼ੁਰੂ ਕੀਤਾ ਸਾਹਿਤ ਧਾਰਾ ਦਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਦਾ ਯੁੱਗ ਹੈ, ਇਸ ਯੁੱਗ ਦੇ ਵਿੱਚ ਡਿਜੀਟਲ ਜਿਹੜਾ ਮਾਧਿਅਮ ਹੈ ਉਹਦੀ ਬਹੁਤ ਜ਼ਿਆਦਾ ਭੂਮਿਕਾ ਹੋਣ ਵਾਲੀ ਹੈ, ਅਤੇ ਖਾਸ ਤੌਰ 'ਤੇ ਸਾਹਿਤਕ ਜਿਹੜਾ ਖੇਤਰ ਹੈ ਉਹਦੇ 'ਚ ਇੱਦਾਂ ਦੇ ਯਤਨਾਂ ਦੀ ਜ਼ਰੂਰਤ ਹੈ। ਸੋ ਬਹੁਤ ਸਵਾਗਤ ਵੀ ਹੈ ਸਾਹਿਤ ਧਾਰਾ ਚੈਨਲ ਦਾ, ਅਤੇ ਨਾਲ ਨਾਲ ਮਨਦੀਪ ਕੌਰ ਭਮਰਾ ਹੋਰਾਂ ਦਾ। ਵੈਸੇ ਤਾਂ ਸਕੂਲੀ ਜੀਵਨ ਤੋਂ ਹੀ ਸ਼ੁਰੂ ਹੋ ਗਿਆ ਸੀ। ਜਦੋਂ ਮੈਂ 6ਵੀਂ 7ਵੀਂ 'ਚ ਪੜ੍ਹਦਾ ਸੀ, ਮੈਨੂੰ ਬੜੀ ਹੁੰਦੀ ਸੀ ਕਿਊਰੀਓਸਿਟੀ। ਜਿਹੜਾ ਮੇਰਾ ਸਕੂਲਾਂ ਦੇ ਵਿੱਚ ਜਿਹੜੀਆਂ ਕਿਤਾਬਾਂ ਨੇ ਉਹਨਾਂ ਤੋਂ ਇਲਾਵਾ ਜਿਹੜੀਆਂ ਕਿਤਾਬਾਂ ਪੜ੍ਹਨ ਦੀ, ਅਤੇ ਸਕੂਲਾਂ ਦੀਆਂ ਜਿਹੜੀਆਂ ਸਾਡੇ ਜਿਹੜੇ ਪਾਠਕ੍ਰਮ ਦੀਆਂ ਪੁਸਤਕਾਂ ਹੁੰਦੀਆਂ ਸੀ ਉਹਦੇ ਵਿੱਚ ਵੀ ਖਾਸ ਤੌਰ 'ਤੇ ਕਵਿਤਾ ਅਤੇ ਕਹਾਣੀ ਜਿਹੜੀ ਹੁੰਦੀ ਸੀ ਉਹ ਮੈਨੂੰ ਜ਼ਿਆਦਾ ਖਿੱਚ ਪਾਉਂਦੀ ਸੀ। ਫਿਰ ਉਹਨਾਂ ਦਿਨਾਂ 'ਚ ਮੈਨੂੰ ਨਾਵਲ ਪੜ੍ਹਨ ਦੀ ਆਦਤ ਪੈ ਗਈ। ਨਾਵਲ ਵੀ ਜਿਹੜੇ ਪਾਪੂਲਰ ਕਿਸਮ ਦੇ ਨਾਵਲ ਹੁੰਦੇ ਆ, ਜਿੱਦਾਂ ਬੱਸ ਸਟੈਂਡਾਂ 'ਤੇ ਵਿਕਦੇ ਆ, ਖਾਸ ਤੌਰ 'ਤੇ ਜਸੂਸੀ ਕਿਸਮ ਦੇ ਨਾਵਲ। ਮਤਲਬ ਮੈਂ 5ਵੀਂ 6ਵੀਂ 'ਚ ਜਸੂਸੀ ਨਾਵਲ ਜਿਹੜੇ ਆ ਉਹ ਦੋ ਤਰ੍ਹਾਂ ਦੇ ਨਾਵਲ ਹੁੰਦੇ ਆ। ਇੱਕ ਬੱਚਿਆਂ ਲਈ ਇੱਕ ਸੀਰੀਜ਼ ਆਉਂਦੀ ਸੀ S.C. ਬੇਦੀ ਦੇ ਉਹਦੇ 'ਚ ਜਿਹੜੇ ਜਾਸੂਸ ਵੀ ਹੁੰਦੇ ਸੀ ਉਹ ਬੱਚੇ ਹੁੰਦੇ ਸੀ, ਰਾਜਨ ਅਤੇ ਇਕਬਾਲ ਉਹਨਾਂ ਦੇ ਕਰੈਕਟਰਾਂ ਦਾ ਨਾਂ ਸੀ। ਇੱਦਾਂ ਓਮ ਪ੍ਰਕਾਸ਼ ਸ਼ਰਮਾ ਦੇ ਨਾਵਲ ਜਸੂਸੀ ਜਾਂ ਵੇਦ ਪ੍ਰਕਾਸ਼ ਦੇ ਨਾਵਲ ਜਸੂਸੀ। ਸੋ ਉਹ ਮੈਨੂੰ ਇੰਨੀ ਆਦਤ ਪਈ ਹੈ। ਉਹ ਜਦੋਂ ਮੈਂ ਫਗਵਾੜੇ ਵੀ ਪੜ੍ਹਨ ਚਲਾ ਗਿਆ 6ਵੀਂ 'ਚ, ਤਾਂ ਮੈਂ ਸਕੂਲ ਦੀ ਕਲਾਸ 'ਚ ਘੱਟ ਜਾਂਦਾ ਸੀ, ਅਤੇ ਮੈਂ ਬੱਸ ਸਟੈਂਡ 'ਤੇ ਉਤਰ ਕੇ ਪਹਿਲਾਂ 20 ਪੈਸੇ ਦਾ ਕਿਰਾਏ 'ਤੇ ਨਾਵਲ ਲੈਂਦਾ ਸੀ, ਅਤੇ ਪਾਰਕਾਂ ਪੂਰਕਾਂ 'ਚ ਬੈਠ ਕੇ ਉਹ ਬਸ 5-4 ਘੰਟਿਆਂ 'ਚ ਮੁਕਾ ਕੇ ਉਹ ਮੋੜ ਕੇ ਅਤੇ ਵਾਪਸ ਘਰ ਨੂੰ ਚੱਲ ਜਾਂਦਾ ਸੀ। ਉਹ ਜਿਹੜੀ ਇੱਕ ਚੇਤਕ ਜਿਹੀ ਪੈ ਗਈ ਪੜ੍ਹਨ ਦੀ। ਓਵਰਆਲ ਹੀ ਵੈਸੇ ਮੈਂ ਤੁਹਾਨੂੰ ਦੱਸਾਂ ਵੀ ਜਿਹੜੇ ਲੇਖਕ ਵੱਡੇ ਲੇਖਕ ਵੀ ਹੁੰਦੇ ਬਣ ਜਾਂਦੇ ਆ ਨਾ, ਉਹਨਾਂ ਦੀ ਸ਼ੁਰੂਆਤ ਇੱਦਾਂ ਦੇ ਜਿਹੜੇ ਹਲਕੇ ਕਿਸਮ ਦੇ ਸਾਹਿਤ ਤੋਂ ਹੁੰਦੀ ਹੈ, ਅਤੇ ਜਿਹਨੂੰ ਅਸੀਂ ਕਹਿ ਸਕਦੇ ਹਾਂ ਵੀ ਜਿੱਦਾਂ ਅਮਿਤ ਪਾਕਟ ਬੁੱਕਸ ਟਾਈਪ ਜਿਹੜਾ ਲਿਟਰੇਚਰ ਹੈ, ਜਿਹੜਾ ਬੱਸ ਅੱਡਿਆਂ 'ਤੇ ਵਿਕਦਾ, ਸ਼ੁਰੂ ਇੱਥੇ ਹੁੰਦੇ ਆ, ਅਤੇ ਹੌਲੀ ਹੌਲੀ ਫਿਰ ਜਿੱਦਾਂ ਜਿੱਦਾਂ ਤੁਸੀਂ ਪਰਪੱਕ ਹੁੰਦੇ ਜਾਂਦੇ ਹੋ ਅਤੇ ਸੀਰੀਅਸ ਲਿਟਰੇਚਰ ਵੱਲ ਤੁਸੀਂ ਮੁੜਦੇ ਹੋ। ਸੋ ਸ਼ੁਰੂਆਤ ਇੱਦਾਂ ਹੋਈ। ਫਿਰ ਮੈਂ 7ਵੀਂ 8ਵੀਂ 'ਚ ਕਵਿਤਾ ਲਿਖਣੀ ਸ਼ੁਰੂ ਕਰਤੀ। ਪਹਿਲੀ ਕਵਿਤਾ ਮੈਂ ਮਾਂ ਲਿਖੀ, ਮੈਨੂੰ ਕਵਿਤਾ ਤਾਂ ਯਾਦ ਨਹੀਂ ਹੈ, ਪਰ ਉਹਦਾ ਸਾਰ ਤੱਤ ਕੁਝ ਇੱਦਾਂ ਸੀ ਵੀ ਸਾਡੀਆਂ ਮਤਲਬ ਦੋ ਮਾਵਾਂ ਨੇ, ਇੱਕ ਸਾਡੀ ਧਰਤੀ ਮਾਂ ਆ, ਇੱਕ ਜਨਮ ਦੇਣ ਵਾਲੀ ਮਾਂ ਆ, ਅਤੇ ਧਰਤੀ ਮਾਂ ਦੀ ਰਾਖੀ ਲਈ ਸਰਹੱਦ ਦੇ ਉੱਤੇ ਲੜਨਾ ਆ। ਸੋ ਇਸ ਤਰ੍ਹਾਂ ਦੀ ਕੋਈ ਭਾਵਨਾ ਸੀਗੀ। ਅਤੇ ਮੈਂ ਆਪਣੇ ਪ੍ਰਿੰਸੀਪਲ ਤਾਂ ਨਹੀਂ ਸੀ ਉਦੋਂ, ਸਾਡੇ ਟੀਚਰ ਸੀਗੇ ਉਹ ਹਰੀਦਤ ਸ਼ਰਮਾ, ਬਾਅਦ 'ਚ ਪ੍ਰਿੰਸੀਪਲ ਵੀ ਬਣੇ। ਮੈਂ ਉਹਨਾਂ ਨੂੰ ਦਿਖਾਈ, ਉਹ ਬੜੇ ਖੁਸ਼ ਹੋਏ। ਉਹਨਾਂ ਨੇ ਕਿਹਾ ਵੀ ਇਹ ਤਾਂ ਬਹੁਤ ਵਧੀਆ ਤੂੰ ਲਿਖਿਆ ਕਰ। ਫਿਰ ਹੌਲੀ ਹੌਲੀ ਲਿਖਣਾ ਸ਼ੁਰੂ ਹੋ ਗਿਆ। ਪਿੰਡ 'ਚ ਸਾਹਿਤ ਸਭਾ ਸੀ ਜੀ, ਪੰਜਾਬੀ ਸਾਹਿਤ ਸਭਾ ਦੋਸਾਂਝ ਕਲਾਂ 1986 'ਚ ਅਸੀਂ ਬਣਾਈ। ਪਹਿਲਾਂ ਵੀ ਹੁੰਦੀ ਸੀ ਪਰ ਉਹ ਫਿਰ ਖਤਮ ਹੋ ਗਈ ਸੀ। 1986 ਜਦੋਂ ਬਣਾਈ ਉਦੋਂ ਮੈਂ 10ਵੀਂ 'ਚ ਪੜ੍ਹਦਾ ਸੀ। ਨਹੀਂ 10ਵੀਂ 'ਚ ਨਹੀਂ, ਉਦੋਂ ਮੈਂ 10ਵੀਂ ਤਾਂ 83 'ਚ ਕਰ ਲਈ। ਉਦੋਂ ਮੈਂ ITI ਕਰਦਾ ਸੀ ਫਗਵਾੜੇ, ਅਤੇ ਪਿੰਡ 'ਚ ਸਭਾ ਬਣੀ। ਨਾਜਰ ਸਿੰਘ ਤਰਸ ਸਾਡੇ ਵੱਡੇ ਕਵੀ ਹੋਏ ਆ ਸਾਡੇ ਇਲਾਕੇ ਦੇ, ਸਾਡੇ ਪਿੰਡ ਦੇ। ਅਸੀਂ ਜੋਗਿੰਦਰ ਮਤਵਾਲਾ, ਦਰਸ਼ਨ ਸਿੰਘ ਸ਼ੌਂਕੀ, ਕਸ਼ਮੀਰਾ ਸਿੰਘ ਮਾਹੀ, ਇਹਨਾਂ ਨੇ ਰਲ ਕੇ ਸਭਾ ਬਣਾਈ। ਮਾਸਟਰ ਗਿਆਨ ਸਿੰਘ ਦੋਸਾਂਝ ਜਨ ਸਕੱਤਰ ਬਣੇ, ਪ੍ਰਧਾਨ ਨਾਜਰ ਸਿੰਘ ਤਰਸ ਬਣੇ,
ਤੇ ਮੈਂ ਪਹਿਲੀ ਵਾਰ ਸਭਾ ਦੇ ਵਿੱਚ ਸਕੱਤਰ, ਛੋਟਾ ਸਕੱਤਰ ਜਿਹਨੂੰ ਕਹਿੰਦੇ, ਉਹਨੂੰ ਮੈਨੂੰ ਬਣਾਇਆ ਗਿਆ। ਉਦੋਂ ਤੋਂ ਲੈ ਕੇ ਸਾਜ਼ ਸਭਾਵਾਂ ਨਾਲ ਜੁੜ ਗਏ ਤੇ ਜਿੱਦਾਂ ਜਿੱਦਾਂ ਲੋਕਾਂ ਨੂੰ ਮਿਲਦੇ ਗਏ, ਨਵੇਂ ਲੇਖਕਾਂ ਨਾਲ ਮੁਲਾਕਾਤਾਂ ਹੁੰਦੀਆਂ ਗਈਆਂ ਤੇ ਪੜ੍ਹਨ ਦੀਆਂ ਰੁਚੀਆਂ ਵੀ ਬਦਲੀਆਂ। ਜਿੱਥੇ ਅਸੀਂ ਪਹਿਲਾਂ ਸ਼ੁਰੂ 'ਚ ਮੈਂ ਪੜ੍ਹਦਾ ਸੀ ਉਸ ਕਿਸਮ ਦਾ ਲਿਟਰੇਚਰ ਜਿਹੜਾ ਜਸੂਸੀ ਜਿਹਾ ਲਿਟਰੇਚਰ ਜਾਂ ਰੋਮਾਂਚਕ ਜਿਹਾ, ਫਿਰ ਸੀਰੀਅਸ ਲਿਟਰੇਚਰ ਵੱਲ ਨੂੰ ਆ ਗਏ। ਉਹ 'ਚ ਕਵਿਤਾ ਦੀ ਪਰਪੱਕਤਾ ਵੀ ਆਈ, ਕਹਾਣੀ ਵੀ ਜਿਹੜੀ ਹੈ ਚੰਗੀ, ਜਿਹੜੀ ਕਹਾਣੀ ਖਾਸ ਤੌਰ ਦੇ ਉੱਤੇ ਛੋਟੀ ਕਹਾਣੀ ਜਿਹੜੀ ਉਦੋਂ ਬੜੀ ਪਾਪੂਲਰ ਹੁੰਦੀ ਸੀ, ਦਰਮਿਆਨੀ ਜੀ ਲੈਂਥ ਹੁੰਦੀ ਸੀ। ਹੁਣ ਤਾਂ ਬਹੁਤ ਲੰਮੀਆਂ ਲੰਮੀਆਂ ਕਹਾਣੀਆਂ। ਉਦੋਂ ਦੇ ਜਿਹੜੇ ਪਾਪੂਲਰ ਰਾਈਟਰ ਉਹਨਾਂ ਨੂੰ ਪੜ੍ਹਿਆ। ਫਿਰ ਨਵੇਂ ਜਿਹੜੇ ਦੌਰ ਦੇ ਜਿਹੜੇ ਸ਼ਾਇਰ ਸੀ, ਉਲਫਤ ਬਾਜਵਾ ਦੀ ਪੀੜ੍ਹੀ ਜਾਂ ਸੁਰਜੀਤ ਪਾਤਰ ਜਾਂ ਡਾਕਟਰ ਜਗਤਾਰ ਦੀ ਪੀੜ੍ਹੀ ਤੋਂ ਬਾਅਦ ਉਹਨਾਂ ਸ਼ਾਇਰਾਂ ਦੇ ਨਾਲ ਮੇਲ ਗੇਲ ਹੋ ਗਿਆ। ਜਸਵਿੰਦਰ ਨੂੰ ਮਿਲ ਲਿਆ। ਜਸਵਿੰਦਰ ਬਹੁਤ ਵੱਡੇ ਸ਼ਾਇਰ ਆ ਸਾਡੇ ਪੰਜਾਬੀ ਗਜ਼ਲ ਦੇ। ਬਰਜਿੰਦਰ ਚੌਹਾਨ ਹੋ ਗਏ, ਵਿਜੇ ਵਿਵੇਕ ਹੋ ਗਿਆ। ਇਹਨਾਂ ਨੂੰ ਮਿਲਣਾ, ਪੜ੍ਹਨਾ, ਪਾਤਰ ਸਾਹਿਬ ਨੂੰ ਮਿਲਣਾ, ਡਾਕਟਰ ਜਗਤਾਰ ਨੂੰ ਮਿਲਣਾ, ਇਹ ਸਾਰੇ ਕੁਝ ਨੇ ਜਿਹੜਾ ਪ੍ਰਭਾਵਿਤ ਕੀਤਾ ਹੈ ਗਜ਼ਲ ਦੇ ਖੇਤਰ 'ਚ। ਬਾਕੀ ਫਿਰ ਨਜ਼ਮ ਵੀ ਨਾਲ ਨਾਲ ਚੱਲੀ ਆ। ਨਜ਼ਮ ਮੈਂ ਬਹੁਤ ਦੇਰ ਬਾਅਦ, ਪਹਿਲਾਂ ਵੀ ਲਿਖਿਆ ਕੁਝ, ਪਰ ਮੈਂ ਇਹਨਾਂ ਦਿਨਾਂ 'ਚ ਕਾਫੀ ਨਜ਼ਮਾਂ ਲਿਖੀਆਂ। ਪਰ ਨਜ਼ਮ ਦਾ ਤੇ ਗਜ਼ਲ ਦਾ ਆਪਸੀ ਕੋਈ ਝਗੜਾ ਤਾਂ ਹੈ ਨਹੀਂ। ਆਮ ਤੌਰ 'ਤੇ ਝਗੜਾ ਜਿਹਾ ਬਣਾ ਕੇ ਰੱਖਦੇ ਆ ਲੋਕ ਆਪਸੀ। ਇਹਨਾਂ ਦੇ ਰਿਲੇਸ਼ਨਸ ਨੇ, ਕਿਉਂਕਿ ਕਵਿਤਾ ਦੀਆਂ ਵੱਖਰੀਆਂ ਵੱਖਰੀਆਂ ਸਿਨਫਾਂ ਨੇ ਇਹ, ਚਾਹੇ ਗਜ਼ਲ ਹੈ, ਚਾਹੇ ਗੀਤ ਹੈ, ਚਾਹੇ ਨਜ਼ਮ ਹੈ, ਕਵਿਤਾ ਹੈ, ਚਾਹੇ ਸਾਡੇ ਪੁਰਾਣੇ ਛੰਦ ਹੈ। ਸੋ ਇਸ ਕਰਕੇ ਇਹਨਾਂ ਦੇ ਰਿਸ਼ਤੇ ਇੱਕ ਦੂਜੇ ਨਾਲ ਬਹੁਤ ਡੂੰਘੇ ਜੁੜੇ ਹੋਏ ਆ। ਸੋ ਮੈਂ ਗਜ਼ਲ ਵੀ ਤੇ ਫਿਰ ਨਜ਼ਮ ਵੀ, ਕਹਾਣੀ ਮੈਂ ਇੱਕ ਅੱਧੀ ਲਿਖੀ ਹੈ ਤੇ ਵਾਰਤਕ ਕਾਫੀ ਲਿਖੀ ਹੈ। ਨਹੀਂ ਦੇਖੋ, ਸਾਡੇ ਜਿਹੜਾ, ਮੈਂ ਜੇ ਆਪਣੀ ਘਰ ਦੀ ਗੱਲ ਕਰਾਂ ਤੇ ਸਾਡਾ ਘਰ ਦਾ ਮਾਹੌਲ ਚੰਗਾ ਰਿਹਾ ਹਮੇਸ਼ਾ ਹੀ, ਪਰ ਅੱਤ ਦੀ ਗਰੀਬੀ 'ਚੋਂ ਗੁਜ਼ਾਰੇ ਹੁੰਦੇ ਰਹੇ ਆ। ਤੇ ਅਸੀਂ 4 ਭਰਾ ਆ ਤੇ ਮੇਰੇ ਤੋਂ ਵੱਡੇ ਜਿਹੜੇ ਆਪਣੇ ਆਪਣੇ ਕੰਮ ਧੰਦੇ ਕਰਦੇ ਸੀਗੇ, ਪਰ ਬਹੁਤ ਸੀਮਤ ਜਿਹਾ ਕੰਮ ਧੰਦੇ ਸੀ ਉਹਨਾਂ ਦੇ। ਸਾਡੇ ਫਾਦਰ ਸਾਹਿਬ ਜਿਹਨੂੰ ਅਸੀਂ ਬਾਊ ਜੀ ਕਹਿੰਦੇ ਸੀ, ਉਹ ਵੀ ਸਾਡੀ ਇੱਕ ਦੁਕਾਨ ਸੀ ਅੱਡੇ ਤੇ, ਬੱਸ ਅੱਡੇ ਤੇ, ਉਹ ਚਲਾਉਂਦੇ ਸੀ। ਮੇਰੇ ਤੋਂ ਵੱਡਾ ਭਰਾ ਉਹਦੇ ਨਾਲ ਲੱਗਾ ਸੀ। ਮਾਤਾ ਮੇਰੀ ਮਾਂ ਜਿਹੜੇ ਹਾਲੇ ਵੀ ਹੈਗੇ ਨੇ, ਉਹ ਘਰ ਨੂੰ ਸਾਂਭਦੇ ਸੀ ਸਾਰਾ ਕੁਝ। ਤੇ ਉਹ ਜਦੋਂ ਖਾਸ ਤੌਰ 'ਤੇ ਜਿਹੜਾ ਟੈਰਰਿਜ਼ਮ ਦਾ ਦੌਰ ਸੀ ਨਾ, ਉਦੋਂ ਜਦੋਂ ਪੜ੍ਹਨ ਦੇ ਨਾਲ ਨਾਲ ਇਹ ਸਾਰਾ ਕੁਝ ਚੱਲ ਰਿਹਾ ਸੀ ਤੇ ਇੱਕ ਟਕਰਾਅ ਵੀ ਚੱਲ ਰਿਹਾ ਸੀ, ਤੇ ਉਦੋਂ ਇਹ ਨਹੀਂ ਸੀ ਲੱਗਦਾ ਹੁੰਦਾ ਵੀ ਅੱਜ ਸਵੇਰੇ ਘਰੋਂ ਜਾ ਰਹੇ ਹਾਂ ਵੀ ਸ਼ਾਮ ਨੂੰ ਮੁੜਨਾ ਜਾਂ ਨਹੀਂ ਮੁੜਨਾ। ਸਾਡਾ ਪਿੰਡ ਵੀ ਇੱਕ ਇਨਕਲਾਬੀਆਂ ਦਾ ਪਿੰਡ ਆ, ਗਦਰੀ ਬਾਬਿਆਂ ਦਾ ਪਿੰਡ ਆ। ਤੇ ਪਿੰਡ 'ਚ ਮਾਹੌਲ ਇਹ ਸੀ ਵੀ ਅਸੀਂ ਇਹ ਸਾਰੇ ਕੁਝ ਦੇ ਜਿਹੜਾ ਕਾਲਾ ਦੌਰ ਸੀ, ਇਹਦੇ ਲਈ ਜ਼ਿੰਮੇਵਾਰ ਜਿਹੜੀਆਂ ਤਾਕਤਾਂ ਸੀ, ਚਾਹੇ ਹੁਕੂਮਤ ਸੀ, ਚਾਹੇ ਦੂਜੇ ਲੋਕ ਸੀ, ਉਹਨਾਂ ਦੇ ਖਿਲਾਫ ਅਸੀਂ ਇੱਕ ਮੁਹਾਜ ਜਿਹੜਾ ਖੋਲ੍ਹਿਆ ਹੋਇਆ ਸੀ। ਇਸ ਕਰਕੇ ਪਿੰਡ ਦਾ ਮਾਹੌਲ ਸਾਡਾ ਇਸ ਕਿਸਮ ਦਾ ਸੀ ਵੀ ਕਿਸੇ ਦਾ ਡਰ ਖੌਫ ਨਹੀਂ ਸੀ। ਤੇ ਘਰਦਿਆਂ ਨੂੰ ਵੀ ਲੱਗਦਾ ਸੀ ਵੀ ਇਹ ਮੁੰਡਾ ਹੁਣ ਗਿਆ, ਕਿਉਂਕਿ ਘਰ 'ਚ ਮੈਂ ਹੀ ਛੋਟਾ ਸੀ ਤੇ ਮੈਂ ਹੀ ਇਸ ਪਾਸੇ ਵੱਲ ਸੀ, ਲਿਟਰੇਚਰ ਵੱਲ ਵੀ, ਜਿਹੜੀਆਂ ਇਸ ਤਰ੍ਹਾਂ ਦੀਆਂ ਪੋਲੀਟੀਕਲ ਐਕਟੀਵਿਟੀਜ਼ ਵੱਲ ਵੀ ਤੇ ਜਰਨਲਿਜ਼ਮ ਵੱਲ ਵੀ। ਤੇ ਉਹਨਾਂ ਦਾ ਵੀ ਠੀਕ ਹੈ, ਇਹਨੇ ਆਪਣੀ ਮਰਜ਼ੀ ਕਰਨੀ। ਉਹਨਾਂ ਨੇ ਕਦੀ ਰੋਕਿਆ ਨਹੀਂ, ਨਾ ਹੀ ਉਹਨਾਂ ਨੇ ਕਦੀ ਤਵੱਕੁ ਕੀਤੀ ਹੈ ਵੀ ਮੈਂ ਮਤਲਬ ਸਪੈਸ਼ਲੀ ਕੋਈ ਇੱਦਾਂ ਕਮਾਈ ਕਰਕੇ ਘਰ ਦੇ ਵਿੱਚ ਕੋਈ ਹਿੱਸਾ ਪਾਉਣਾ ਹੈ। ਉਹਦੀ ਲੋੜ ਵੀ ਹੈ ਨਹੀਂ ਸੀ, ਕਿਉਂਕਿ ਉਹ ਘਰ ਜਿੱਦਾਂ ਚੱਲਦਾ ਚੱਲੀ ਜਾਂਦਾ ਸੀ। ਮੈਂ ਤਾਂ 10ਵੀਂ ਤੋਂ ਬਾਅਦ ਘਰਦਿਆਂ ਤੋਂ ਕਦੇ ਚੱਪਲ ਵੀ ਨਹੀਂ ਲੈ ਕੇ ਪਾਈ। ਮੈਂ ਆਪਣਾ ਕੰਮ ਆਪ ਹੀ ਜਿੱਦਾਂ ਦੇ ਮਿਲਦੇ ਰਹੇ ਕਰਦਾ ਰਿਹਾ, ਤੇ ਹੌਲੀ ਹੌਲੀ ਜਥੇਬੰਦੀਆਂ 'ਚ ਕੰਮ ਕਰਦਾ ਕਰਦਾ ਜਰਨਲਿਜ਼ਮ 'ਚ ਆ ਗਿਆ। ਮਤਲਬ ਇੰਟਰਵਿਊ ਮੇਰੀ ਐਜ਼ ਏ ਪ੍ਰੂਫ ਰੀਡਰ ਹੋਈ, ਪਰ ਜਦੋਂ ਮੈਂ ਪ੍ਰੂਫ ਰੀਡਰ ਦੀ ਇੰਟਰਵਿਊ ਦਿੱਤੀ, ਲਿਖਤੀ, ਤੇ ਮੈਨੂੰ ਕਹਿੰਦੇ ਨਹੀਂ ਤੂੰ ਪ੍ਰੂਫ ਰੀਡਰ ਨਹੀਂ ਆ ਸਕਦਾ, ਤੂੰ ਸਬ ਐਡੀਟਰ ਆ। ਸੋ ਇੱਕ ਉਪ ਸੰਪਾਦਕ ਵਜੋਂ ਨਵੇਂ ਜ਼ਮਾਨੇ 'ਚ ਮੈਂ ਗਿਆ। ਇਹ ਹੈਗੀ ਆ 1992 ਦੀ ਗੱਲ। ਤੇ ਫਿਰ 1992 ਤੋਂ 95 ਦੇ ਅੱਧ ਤੱਕ ਮੈਂ ਰਿਹਾ ਨਵੇਂ ਜ਼ਮਾਨੇ 'ਚ। ਉਸ ਤੋਂ ਬਾਅਦ 95 ਨਵੰਬਰ 'ਚ ਅਸੀਂ ਚੰਡੀਗੜ੍ਹ ਆ ਗਏ, ਜਦੋਂ 1 ਜਨਵਰੀ 1996 ਨੂੰ ਦੇਸ਼। ਪਹਿਲੀ ਗੱਲ ਤਾਂ ਮੈਂ ਥੋੜ੍ਹੀ ਸਪਸ਼ਟ ਕਰਦਾ ਕਿ ਜਿਹੜਾ ਨਿਰਪੱਖ ਸ਼ਬਦ ਹੈ, ਇਹਦਾ ਕੋਈ ਅਰਥ ਨਹੀਂ ਹੈਗਾ। ਦੁਨੀਆ 'ਚ ਕਿਤੇ ਵੀ ਕੋਈ ਨਿਰਪੱਖ ਨਹੀਂ ਹੈ। ਹਰ ਵਿਅਕਤੀ ਦਾ ਇੱਕ ਧੜਾ ਹੁੰਦਾ। ਸਵਾਲ ਇਹ ਹੈ ਕਿ ਤੁਸੀਂ ਧੜੇ ਨੂੰ ਦੇਖਦੇ ਕਿੱਦਾਂ? ਕੀ ਤੁਸੀਂ ਧੜੇ ਨੂੰ ਨਿੱਜੀ ਰਿਸ਼ਤਿਆਂ ਦੇ ਵਿੱਚ ਧੜੇਬਾਜ਼ੀ ਦੇ ਤੌਰ 'ਤੇ ਦੇਖਦੇ ਹੋ, ਜਾਂ ਧੜੇ ਨੂੰ ਇੱਕ ਸੁਸਾਇਟੀ ਦੇ ਰੂਪ 'ਚ ਦੇਖਦੇ ਹੋ? ਜਿਸ ਸੁਸਾਇਟੀ ਨੂੰ 2 ਧੜਿਆਂ 'ਚ ਵੰਡ ਦਿੱਤਾ ਗਿਆ, ਉਹ ਧੜੇ ਆ। ਇੱਕ ਉਹ ਧੜਾ ਜਿਹੜਾ ਲਗਾਤਾਰ ਲੋਕਾਂ ਨੂੰ ਲੁੱਟਦਾ ਹੈ, ਉਹਦੀ ਗਿਣਤੀ ਘੱਟ ਹੈ। ਇੱਕ ਉਹ ਧੜਾ ਜਿਹੜਾ ਹਮੇਸ਼ਾ ਲੁੱਟਿਆ ਜਾਂਦਾ ਹੈ ਤੇ ਉਹਦੀ ਗਿਣਤੀ ਬਹੁਤ ਜ਼ਿਆਦਾ, ਪਰ ਔਰਗਨਾਈਜ਼ ਨਹੀਂ ਹੈ। ਸੋ ਇਸ ਕਰਕੇ ਮੈਂ ਸਮਝਦਾ ਕਿ ਜੇ ਮੈਂ ਜਰਨਲਿਜ਼ਮ ਵੀ ਕੀਤੀ ਆ ਜਾਂ ਮੈਂ ਕੋਈ ਵੀ ਐਕਟੀਵਿਟੀ ਕੀਤੀ ਆ, ਮੈਂ ਇੱਕ ਧੜੇ ਦੀ ਐਕਟੀਵਿਟੀ ਕੀਤੀ ਹੈ, ਮੈਂ ਲੋਕਾਂ ਲਈ ਕੀਤੀ ਹੈ।
ਸੋ ਮੇਰਾ ਧੜਾ ਮੇਰੇ ਲੋਕ ਨੇ। ਤੇ ਲਾਜ਼ਮੀ ਹੈ ਵੀ ਉਹਦੇ ਲਈ ਫਿਰ ਸੰਕਟ ਵੀ ਆਉਂਦੇ ਆ ਜਦੋਂ ਤੁਸੀਂ ਲਕੀਰ ਖਿੱਚ ਕੇ ਲੜਦੇ ਹੋ। ਨਿਰਪੱਖਤਾ ਅਸਲ ਦੇ ਵਿੱਚ ਇੱਕ ਬਹੁਤ ਭਰਮਾਊ ਜਿਹਾ ਲਫ਼ਜ਼ ਹੈ। ਅੱਜ ਦੇ ਦੌਰ ਦੇ ਵਿੱਚ ਵੀ ਜਿਹੜਾ ਮੀਡੀਆ ਆ, ਜਿਸ ਤਰ੍ਹਾਂ ਦਾ, ਚਾਹੇ ਡਿਜੀਟਲ ਪਲੇਟਫਾਰਮ ਨੇ, ਚਾਹੇ ਜਿਹੜਾ ਇਲੈਕਟ੍ਰੋਨਿਕ ਮੀਡੀਆ, ਜਿਹੜਾ ਸੋ ਕਾਲਡ ਜਿਹਨੂੰ ਆਪਾਂ ਕਹਿੰਦੇ ਹਾਂ ਮੀਡੀਆ, ਵੀ ਇਹ ਨੈਸ਼ਨਲ ਮੀਡੀਆ ਹੈ, ਜਦ ਕਿ ਇਹ ਨੈਸ਼ਨਲ ਮੀਡੀਆ ਨਹੀਂ ਹੈ। ਜਾਂ ਜਿਹੜੇ ਬਾਕੀ ਮੀਡੀਆ ਹਾਊਸਿਸ ਨੇ, ਉਹਦੇ 'ਚ ਵੀ ਨਿਰਪੱਖਤਾ ਦੀ ਗੱਲ ਬਹੁਤ ਹੁੰਦੀ ਆ ਵੀ ਸਾਨੂੰ ਨਿਰਪੱਖ ਰਹਿਣਾ ਚਾਹੀਦਾ। ਪਰ ਜੇ ਤੁਸੀਂ ਦੇਖੋਗੇ ਧਿਆਨ ਨਾਲ, ਡੂੰਘਾਈ ਨਾਲ, ਤਾਂ ਤੁਹਾਨੂੰ ਪਤਾ ਲੱਗੂਗਾ ਵੀ ਕਿਵੇਂ 95, 96, 97% ਮੀਡੀਆ ਜਿਹੜਾ ਆ ਉਹ ਸਰਕਾਰ ਦਾ ਟੂਲ ਬਣਿਆ ਹੋਇਆ। ਇਸੇ ਕਰਕੇ ਉਹਨੂੰ ਗੋਦੀ ਮੀਡੀਆ ਕਿਹਾ ਜਾਂਦਾ ਹੈ। ਅਤੇ ਗੋਦੀ ਮੀਡੀਆ ਦਾ ਮਤਲਬ ਇਹ ਆ ਕਿ ਮੀਡੀਆ ਉਹ ਸਰਕਾਰ ਦੀ ਗੋਦ 'ਚ ਬੈਠਾ ਅਤੇ ਸਰਕਾਰ ਅਡਾਨੀਆਂ ਅਤੇ ਅੰਬਾਨੀਆਂ ਦੀ ਗੋਦ 'ਚ ਬੈਠੀ ਹੈ। ਅਡਾਨੀਆਂ ਅੰਬਾਨੀਆਂ ਦੇ 36 ਚੈਨਲ ਨੇ, ਜਿਹੜੇ 36 ਚੈਨਲ ਉਹਨਾਂ ਦੇ ਨੇ, ਉਹਨਾਂ ਤੋਂ ਕਿੱਦਾਂ ਤਵੱਕੋ ਤੁਸੀਂ ਕਰ ਲਓਗੇ ਵੀ ਉਹ ਆਵਾਮ ਦੇ ਹੱਕ 'ਚ ਗੱਲ ਕਰਨਗੇ? ਜਾਂ ਨਿਰਪੱਖਤਾ ਦਾ ਜਿਹੜਾ ਇੱਕ ਕੌਨਸੈਪਟ ਜਿਹੜਾ ਆਪਾਂ ਕਹਿ ਰਹੇ ਹਾਂ, ਉਹ ਤਾਂ ਉੱਥੇ ਤੱਕ ਵੀ ਨਹੀਂ ਆਉਂਦੇ। ਇੱਕ ਜਿਹੜਾ ਝੂਠ ਹੁੰਦਾ ਨਿਰਪੱਖ ਹੋਣਾ, ਉਹ ਨਿਰਪੱਖ ਵਾਲੀ ਜਿਹੜੀ ਪੋਜੀਸ਼ਨ ਆ ਉੱਤੇ ਵੀ ਨਹੀਂ ਆਉਂਦੇ। ਸੋ ਅਲਟੀਮੇਟਲੀ ਮੈਂ ਸਮਝਦਾ ਕਿ ਉਹ ਖਤਰੇ ਤਾਂ ਬਰਕਰਾਰ ਹੈ। ਉਹ ਖਤਰੇ ਹੁਣ ਵੀ ਤੁਹਾਨੂੰ ਦਿਖਾਈ ਦੇ ਰਹੇ ਆ। ਜਿਹੜਾ ਵੀ ਕਿਸਾਨ ਅੰਦੋਲਨ 'ਚ ਜੋ ਕੁਝ ਹੋ ਰਿਹਾ, ਉਹਦੇ 'ਚ ਜਿਹੜਾ ਵੀ ਕਿਸਾਨਾਂ ਦੇ ਹੱਕ 'ਚ ਹਾਂ ਦਾ ਨਾਅਰਾ ਮਾਰਦਾ, ਚਾਹੇ ਉਹ ਪੱਤਰਕਾਰ ਹੈ, ਚਾਹੇ ਸੋਸ਼ਲ ਐਕਟੀਵਿਸਟ ਹੈ, ਚਾਹੇ ਉਹ ਕੋਈ ਕਵੀ ਹੈ, ਕੋਈ ਲੇਖਕ ਹੈ, ਉਹਨੂੰ ਕਿੱਦਾਂ ਪਰੇਸ਼ਾਨ ਕੀਤਾ ਜਾ ਰਿਹਾ। ਜਾਂ ਪੋਲੀਟੀਕਲ ਲੀਡਰ ਵੀ ਜਿਹੜੇ, ਜਿਨ੍ਹਾਂ ਦੇ ਆਪਣੇ ਕੋਈ ਪੋਲੀਟੀਕਲ ਲੀਡਰ ਦੇ ਆਪਣੇ ਹੋ ਸਕਦੇ ਆ, ਕੋਈ ਐਂਬੀਸ਼ੀਅਸ ਹੋਣ, ਪਰ ਜੇ ਉਹ ਕਿਸਾਨਾਂ ਦੇ ਹੱਕ 'ਚ ਗੱਲ ਕਰਦੇ ਆ। ਕੱਲ੍ਹ ਹੀ ਤੁਸੀਂ ਦੇਖਿਆ ਸੁਖਪਾਲ ਖਹਿਰੇ ਦੇ ਘਰ 'ਤੇ ਰੇਡ ਪੈ ਗਈ, ਚੰਡੀਗੜ੍ਹ ਵੀ, ਉਹਦੇ ਪਿੰਡ ਵੀ। ਇੱਦਾਂ ਹੀ ਪੱਤਰਕਾਰਾਂ ਨੂੰ ਪਰੇਸ਼ਾਨ ਕੀਤਾ ਜਾਂਦਾ। ਉਸ ਦੌਰ ਦੇ ਵਿੱਚ ਇਸ ਕਿਸਮ ਦੀਆਂ ਪਰੇਸ਼ਾਨੀਆਂ ਘੱਟ ਸੀਗੀਆਂ, ਜਿਹੜੀਆਂ ਖਾਸ ਤੌਰ 'ਤੇ ਸੈਂਟਰ ਹਕੂਮਤ ਵੱਲੋਂ ਹੁੰਦੀਆਂ। ਉਸ ਟਾਈਮ 'ਤੇ ਜਿਹੜਾ ਸਿੱਧਾ ਥ੍ਰੈਟ ਹੁੰਦਾ ਸੀ ਫਿਜ਼ੀਕਲੀ, ਖਾਸ ਤੌਰ ਦੇ ਉੱਤੇ ਇੱਕ ਉਹ ਧਿਰ ਜਿਹੜੀ ਆ ਪੰਜਾਬ ਦੇ ਵਿੱਚ ਇਹ ਸਮਝਦੀ ਸੀ ਵੀ ਅਸੀਂ ਸ਼ਾਇਦ ਦੇਸ਼ ਤੋਂ ਵੱਖਰਾ ਕੋਈ ਆਪਣਾ ਸੂਬਾ ਜਾਂ ਦੇਸ਼ ਬਣਾ ਲੈਣਾ। ਉਹਨਾਂ ਵੱਲੋਂ ਥ੍ਰੈਟਿੰਗ ਬਹੁਤ ਹੁੰਦੀ ਸੀ। ਉਹ ਤੁਹਾਡੇ ਘਰਾਂ ਦੇ ਉੱਤੇ ਪੋਸਟਰ ਲਾ ਜਾਂਦੇ ਸੀ, ਘਰਾਂ 'ਤੇ ਹਮਲੇ ਕਰਦੇ ਸੀ, ਉਹ ਪਿੰਡ 'ਚ ਤੁਹਾਨੂੰ ਲੱਭਣ ਆਉਂਦੇ ਸੀ, ਰਸਤਿਆਂ 'ਚ ਤੁਹਾਨੂੰ ਲੱਭਦੇ ਸੀ। ਕਈ ਘਟਨਾਵਾਂ ਨੇ ਇੱਦਾਂ ਦੀਆਂ, ਮੈਂ ਉਹਨਾਂ ਘਟਨਾਵਾਂ 'ਚ ਬਹੁਤਾ ਜਾਣਾ ਵੀ ਨਹੀਂ ਚਾਹੁੰਦਾ। ਅਤੇ ਪਰ ਇਹ ਜ਼ਰੂਰ ਹੈ ਕਿ ਉਸ ਦੌਰ 'ਚ ਸਾਡਾ ਘੱਟੋ ਘੱਟ ਜਿਹੜਾ ਇਸ ਤਰ੍ਹਾਂ ਦਾ ਐਕਟੀਵਿਸਟ ਕਿਸਮ ਦਾ ਜਿਹੜਾ ਬੰਦਾ ਸੀਗਾ, 300 ਦੇ ਕਰੀਬ ਉਹ ਲੋਕ ਜਿਹੜੇ ਆ ਸ਼ਹੀਦ ਹੋਏ ਆ। ਉਹਨਾਂ ਸ਼ਹੀਦਾਂ ਦੇ ਵਿੱਚ ਕਿਸੇ ਦਾ ਨਾਂ ਵੀ ਉਸ ਦੌਰ 'ਚ ਆ ਸਕਦਾ ਸੀ। ਜਿਨ੍ਹਾਂ ਦਾ ਨਹੀਂ ਆਇਆ, ਉਹਨਾਂ ਨੇ ਵੀ ਕੋਈ ਇੱਦਾਂ ਦਾ ਕਸਰ ਨਹੀਂ ਸੀ ਛੱਡੀ ਵੀ ਹਾਂ ਵੀ ਅਸੀਂ ਬਚ ਜਾਵਾਂਗੇ। ਜਿੱਦਾਂ ਮੈਂ ਪਹਿਲਾਂ ਕਿਹਾ, ਜਾਨ ਤਲੀ 'ਤੇ ਰੱਖਣ ਵਾਲੀ ਗੱਲ ਸੀ। ਪਰ ਉਹ ਦੌਰ ਲੰਘ ਆਏ ਅਸੀਂ। ਹੁਣ ਸਾਨੂੰ ਅੱਗੋਂ ਬਾਰੇ ਸੋਚਣਾ ਚਾਹੀਦਾ, ਭਵਿੱਖ ਬਾਰੇ ਸੋਚਣਾ ਚਾਹੀਦਾ। ਮੁੜ ਕੇ ਉਸ ਤਰ੍ਹਾਂ ਦਾ ਮਾਹੌਲ ਨਾ ਬਣੇ। ਜਿਵੇਂ ਮੈਂ ਸ਼ੁਰੂ 'ਚ ਕਿਹਾ ਕਿ ਇਹ ਸਾਰੀਆਂ ਚੀਜ਼ਾਂ ਇੱਕ ਦੂਜੇ ਨਾਲ ਇੰਟਰਕਨੈਕਟਡ ਨੇ। ਮੇਰਾ ਲਿਟਰੇਚਰ 'ਚ ਹੋਣਾ, ਮੇਰਾ ਰੂਟੀਨ ਦੀ ਜਰਨਲਿਜ਼ਮ 'ਚ ਹੋਣਾ, ਜਿਹੜੀ ਅਖਬਾਰੀ ਜਰਨਲਿਜ਼ਮ ਹੈ, ਜਾਂ ਰੇਡੀਓ ਟੈਲੀਵਿਜ਼ਨ ਦੀ ਜਰਨਲਿਜ਼ਮ 'ਚ ਹੋਣਾ, ਅਤੇ ਜਿਹੜਾ ਹੁਣ ਹੈ ਇਹ ਜਰਨਲਿਜ਼ਮ ਦਾ ਇੱਕ ਅਗਲਾ ਪੜਾਅ ਆ। ਇਹ ਸਾਹਿਤਕ ਪੱਤਰਕਾਰੀ ਇਹਨੂੰ ਕਿਹਾ ਜਾਂਦਾ। ਸੋ ਮੈਂ ਇੱਕੋ ਵੇਲੇ ਕਈ ਕਿਸਮ ਦੀ ਜਰਨਲਿਜ਼ਮ 'ਚ ਹੈ। ਅਤੇ ਇੱਕ ਪ੍ਰਿੰਟ ਜਰਨਲਿਜ਼ਮ ਹੋ ਗਈ, ਰੇਡੀਓ TV ਜਰਨਲਿਜ਼ਮ ਹੋ ਗਈ, ਡਿਜੀਟਲ ਪਲੇਟਫਾਰਮਸ ਹੋ ਗਏ, ਅਤੇ ਇੱਕ ਸਾਹਿਤਕ ਪੱਤਰਕਾਰ ਜਿਹੜੀ ਲਿਟਰੇਰੀ ਜਰਨਲਿਜ਼ਮ ਜਿਹਨੂੰ ਕਹਿੰਦੇ ਆ। ਲਿਟਰੇਰੀ ਜਰਨਲਿਜ਼ਮ ਦੀ ਸਾਡੀ ਇੱਕ ਪਰੰਪਰਾ ਹੈ ਪੰਜਾਬ ਦੀ। ਲਿਟਰੇਰੀ ਜਰਨਲਿਜ਼ਮ ਜਿਹੜੀ ਹੈ ਉਹ ਬਹੁਤ ਕਹਿ ਲਓ ਵੀ ਪਰਪੱਕ ਹੋਈ ਹੈ। ਗਦਰ ਮੂਵਮੈਂਟ ਤੋਂ ਲੈ ਕੇ, ਗਦਰ ਮੂਵਮੈਂਟ ਦੇ ਵਿੱਚ ਵੀ ਬਹੁਤ ਸਾਰੀਆਂ ਕਵਿਤਾਵਾਂ ਗਦਰ ਗੂੰਜਾਂ ਦੇ ਰੂਪ ਦੇ ਵਿੱਚ ਤੁਸੀਂ ਸੁਣ ਸਕਦੇ ਹੋ। ਕਰਤਾਰ ਸਿੰਘ ਸਰਾਭਾ ਨੂੰ ਇਸੇ ਕਰਕੇ ਯਾਦ ਕੀਤਾ ਜਾਂਦਾ ਹੈ। ਬਹੁਤ ਸਾਰੇ ਕਵੀ ਉਸ ਵੇਲੇ ਹੋਏ ਆ। ਉਹ ਕਾਵਿ ਵੰਨਗੀਆਂ ਜਿਹੜੀਆਂ ਆ ਉਹ ਬਹੁਤ ਰਾਜਸੀ ਕਿਸਮ ਦੀ ਪੋਇਟਰੀ 'ਚ ਸਾਨੂੰ ਦਿਖਾਈ ਦੇ ਰਹੀਆਂ। ਅੱਜ ਵੀ ਸਭ ਤੋਂ ਜ਼ਿਆਦਾ ਜ਼ਰੂਰਤ ਜੇ ਪੋਇਟਰੀ ਦੀ ਗੱਲ ਕਰਨੀ ਹੋਵੇ ਤਾਂ ਉਹ ਪੋਲੀਟੀਕਲ ਪੋਇਟਰੀ ਦੀ ਹੈ। ਇਹਦੇ ਬਾਰੇ ਤਾਂ ਫਿਰ ਵੀ ਕਿਤੇ ਗੱਲ ਕਰਾਂਗੇ। ਸੋ ਓਵਰਆਲ ਜਿਹੜੀ ਸਾਹਿਤਕ ਪੱਤਰਕਾਰੀ ਹੈ ਉਹਦੇ 'ਚ ਹੁਣ ਨੇ ਆਪਣੀ ਪਰੰਪਰਾ ਤੋਂ ਸਿੱਖਦਿਆਂ ਹੋਇਆ ਲਿਟਰੇਰੀ ਜਰਨਲਿਜ਼ਮ ਦੀ ਜਿਹੜੀ ਪੰਜਾਬ ਦੀ ਪਰੰਪਰਾ ਹੈ, ਚਾਹੇ ਉਹ ਪ੍ਰੀਤ ਲੜੀ ਹੈ, ਚਾਹੇ ਉਹ RC ਹੈ, ਚਾਹੇ ਉਹ ਨਾਗਮਣੀ ਹੈ, ਉਸ ਪਰੰਪਰਾ ਤੋਂ ਬਹੁਤ ਕੁਝ ਸਿੱਖਦਿਆਂ ਹੋਇਆਂ, ਕਨਸੀਵ ਕਰਦਿਆਂ ਹੋਇਆਂ ਲਿਟਰੇਰੀ ਜਰਨਲਿਜ਼ਮ ਨੂੰ ਪੰਜਾਬ 'ਚ ਇੱਕ ਨਵਾਂ ਰੂਪ ਦਿੱਤਾ ਹੈ। ਇਹ ਨਾ ਸ਼ੁਰੂ 'ਚ ਹੀ ਅਵਤਾਰ ਜਲਾਲ ਹੋਰਾਂ ਨੇ ਅਸੀਂ ਨਾ ਇੱਕ ਖਾਕਾ ਜਿਹਾ ਬਣਾ ਲਿਆ ਸੀ ਵੀ ਅਸੀਂ ਕਿਵੇਂ ਮਤਲਬ ਹੁਣ 'ਚ ਕਿਹਨਾਂ ਲੋਕਾਂ ਨੂੰ ਛਾਪਣਾ ਹੈ। ਉਹਦੇ 'ਚ ਕਈ ਲੋਕ ਨਾਰਾਜ਼ ਵੀ ਹੁੰਦੇ। ਜਿੱਦਾਂ ਤੁਸੀਂ ਕਿਹਾ, ਅਸੀਂ ਇੱਕ ਲਿਸਟਿੰਗ ਕੀਤੀ ਵੀ ਰੂਟੀਨ 'ਚ ਜਿਹੜੀ ਕੋਈ ਮੈਗਜ਼ੀਨ ਸ਼ੁਰੂ ਹੋ ਗਿਆ। ਮੰਨ ਲਓ ਅਸੀਂ ਪਹਿਲਾ ਮੈਗਜ਼ੀਨ 700 ਛਾਪਿਆ, ਉਹ ਡਰਦਿਆਂ ਛਾਪਿਆ।
ਆਪ ਹੀ ਆਪਣੀ ਕਾਰ 'ਚ ਰੱਖ ਕੇ ਨਾਲ ਉਤਾਰੇ ਨਾਲ ਵੀ ਬੈਠੇ ਸੀ ਸਾਰੇ ਪੰਜਾਬ 'ਚ, ਕਿਸੇ ਨੂੰ 5 ਕਾਪੀਆਂ, ਕਿਸੇ ਨੂੰ 10 ਕਾਪੀਆਂ ਦਿੱਤੀਆਂ ਬੁੱਕ ਸਟਾਲਾਂ 'ਤੇ। ਉਹ ਤਾਂ 10 ਦਿਨਾਂ 'ਚ ਮੁੱਕ ਗਿਆ। ਉਹ ਕਹਿੰਦੇ ਜੀ ਰੀਪ੍ਰਿੰਟ ਕਰੋ। ਸਾਡਾ ਹੌਸਲਾ ਵੱਧ ਗਿਆ ਵੀ ਇਹਦਾ ਮਤਲਬ ਲੋਕਾਂ ਨੇ ਐਕਸੈਪਟ ਕਰ ਲਿਆ। ਪਰ ਜਿਹੜਾ ਰਾਈਟਰਸ ਦਾ ਮਸਲਾ ਸੀ ਉਹ ਅਸੀਂ ਇਹ ਲੋਕ ਭੇਜਣ ਲੱਗ ਪਏ। ਫਿਰ ਲਿਖਤਾਂ, ਗਜ਼ਲਾਂ ਦਾ ਹੜ੍ਹ ਆ ਗਿਆ, ਕਵਿਤਾਵਾਂ ਦਾ ਹੜ੍ਹ ਆ ਗਿਆ, ਕਹਾਣੀਆਂ ਦਾ ਹੜ੍ਹ ਆ ਗਿਆ। ਪਰ ਅਸੀਂ ਸ਼ੁਰੂ 'ਚ ਇੱਕ ਫੈਸਲਾ ਕਰ ਲਿਆ ਸੀ ਵੀ ਅਸੀਂ ਜਿਹੜਾ ਇੱਦਾਂ ਦਾ ਮੈਟਰ ਆਉਂਦਾ ਆ ਉਹਦੀ ਤੋਂ ਚੋਣਵਾਂ ਜੇ ਕੋਈ ਲੱਗਦਾ ਵੀ ਹਾਂ ਜਿਹੜੇ ਸਾਡੇ ਨੋਰਮਸ ਆ ਉਹ 'ਚ ਫਿੱਟ ਬਹਿੰਦਾ ਤੇ ਅਸੀਂ ਛਾਪਾਂਗੇ। ਅਤੇ ਪਰ ਅਸੀਂ ਬਕਾਇਦਾ ਕਹਿ ਕੇ ਸਬਜੈਕਟ ਦੇ ਕੇ ਲਿਖਾਉਣ ਦਾ ਇੱਕ ਫੈਸਲਾ ਕਰ ਲਿਆ। ਕਹਾਣੀ ਵੈਸੇ ਮੰਗਣ ਲੱਗ ਪਏ। ਮੰਨ ਲਓ ਪਹਿਲੇ ਇਸ਼ੂਜ਼ ਦੇ ਵਿੱਚ ਗੁਰਦੇਵ ਰੁਪਾਣਾ ਦੀ ਕਹਾਣੀ ਛਾਪੀ ਹੈ, ਅਤੇ ਇਹਦੇ ਬਹੁਤ ਸੰਤੋਖ ਸਿੰਘ ਧੀਰ ਹੋਰਾਂ ਦੀਆਂ ਛਾਪੀਆਂ ਪਹਿਲੇ ਇਸ਼ੂਜ਼ ਕਹਾਣੀਆਂ, ਵੱਡੇ ਗੁਰਦਿਆਲ ਸਿੰਘ ਹੋਰਾਂ ਦੀ ਛਾਪੀ। ਸੋ ਜਿਹੜੇ ਕੋਈ ਯੂਨੀਕ ਜਾਂ ਮੌਲਿਕ ਆਰਟੀਕਲ ਲਿਖਾਉਣੇ ਸੀ ਉਹ ਅਸੀਂ ਸਬਜੈਕਟ ਦੇਣ ਲੱਗ ਪਏ। ਮਤਲਬ ਸਾਨੂੰ ਪਤਾ ਲਿਸਟਿੰਗ ਕਰ ਲਈ ਵੀ ਆਹ ਵੱਡਾ ਵਾਰਤਕ ਬਹੁਤ ਵਧੀਆ ਲਿਖਦਾ, ਕਿਉਂਕਿ ਸਾਨੂੰ ਕੁਆਲਿਟੀ ਰਾਈਟਰ ਚਾਹੀਦਾ ਹੁਣ ਨੂੰ, ਅਤੇ ਕੁਆਲਿਟੀ ਜਿਹੜੀ ਹੈ ਉਹ ਸਾਡੇ ਉਹਦੀ ਲਿਖਤ 'ਚ ਹੋਣੀ ਚਾਹੀਦੀ ਹੈ। ਉਹ ਅਸੀਂ ਫਿਰ ਕਹਿ ਕੇ ਲਿਖਵਾਇਆ ਵੀ ਤੁਸੀਂ ਆਹ ਫਲਾਣੇ ਇਸ਼ੂ 'ਤੇ ਲਿਖੋ। ਮੰਨ ਲਓ ਦਰਵਾਜ਼ਾ ਆ, ਦਰਵਾਜ਼ੇ ਦੀ ਇੱਕ ਪਰੰਪਰਾ ਹੈ, ਦਰਵਾਜ਼ਿਆਂ ਦੀ ਪਰੰਪਰਾ ਹੈ ਪੰਜਾਬ ਦੇ ਵਿੱਚ। ਫਿਰ ਅਸੀਂ ਕਿਸੇ ਨੂੰ ਕਹਿ ਕੇ ਵੀ ਆਹ ਦਰਵਾਜ਼ਿਆਂ ਬਾਰੇ ਇੱਕ ਆਰਟੀਕਲ ਬਣਾਓ। ਆਉਣ ਵਾਲੇ ਸਮੇਂ 'ਚ ਮੰਨ ਲਓ ਰੋਪੜ ਦਾ ਜਿੰਦਾ ਬਹੁਤ ਮਸ਼ਹੂਰ ਹੈ, ਉਹ ਜਿੰਦੇ ਦੀ ਕੀ ਕਹਾਣੀ ਆ। ਮੈਂ ਸੋਚਦਾ ਵੀ ਕੋਈ ਉਸ ਏਰੀਏ ਦਾ ਕੋਈ ਰਾਈਟਰ ਜਿਹੜਾ ਇਹਦੇ ਤੱਥ ਸਾਨੂੰ ਕੱਢ ਕੇ ਲਿਆ ਕੇ ਦੇਵੇ। ਮਿਸਾਲ ਦੇ ਤੌਰ 'ਤੇ ਚੁਟਕਲੇ ਆ, ਲਤੀਫੇ ਹੈ, ਮਤਲਬ ਹਲੇ ਕੰਮ ਹੋਣ ਵਾਲੇ ਰਹਿੰਦੇ ਆ। ਲਤੀਫੇ ਆ, ਲਤੀਫੇ ਮੈਨੂੰ ਲੱਗਦਾ ਵੀ ਜਿਹੜੇ ਲੋਕ ਲਤੀਫੇ ਘੜਦੇ ਆ, ਚੁਟਕਲੇ ਘੜਦੇ ਆ, ਉਹ ਜਿਹੜਾ ਸਾਡਾ ਰੂਟੀਨ ਦਾ ਜਿਹੜਾ ਕ੍ਰੀਏਟਿਵ ਰਾਈਟਰ ਹੈ ਉਹ ਤੋਂ ਵੀ ਜ਼ਿਆਦਾ ਕ੍ਰੀਏਟਿਵ ਹੁੰਦੇ ਆ। ਜੇ ਤੁਸੀਂ ਲਤੀਫਿਆਂ ਦੀ ਜਿਹੜਾ ਉਹਦਾ ਕਰੈਕਟਰ ਦੇਖੋਗੇ, ਜੇ ਕਿਸੇ ਕਮਿਊਨਿਟੀ 'ਤੇ ਲਤੀਫੇ ਆ ਜਾਂ ਔਰਤ ਦੇ ਉੱਤੇ ਬਹੁਤ ਲਤੀਫੇ ਹੈ, ਉਹਦੇ ਕੀ ਕਾਰਨ ਨੇ, ਇਹਦੇ 'ਤੇ ਕੰਮ ਹੋਣ ਵਾਲਾ ਹੈ। ਇਹਦੇ ਕੀ ਕਾਰਨ ਨੇ ਵੀ ਕੀ ਇੱਕ ਖਾਸ ਕਮਿਊਨਿਟੀ ਨੂੰ ਟਾਰਗੇਟ ਕਿਉਂ ਕੀਤਾ ਜਾਂਦਾ। ਮਿਸਾਲ ਦੇ ਤੌਰ 'ਤੇ ਜੇ ਮਤਲਬ ਕਮਿਊਨਿਟੀ ਆ ਸਾਡੀ, ਸਿੱਖ ਭਾਈਚਾਰਾ, ਉਹਦੇ 'ਤੇ ਬੜੇ ਲਤੀਫੇ ਤੁਹਾਨੂੰ ਮਿਲਣਗੇ। ਉਹਦੇ ਵਿੱਚੋਂ ਵੀ ਖਾਸ ਤੌਰ 'ਤੇ ਇੱਕ ਕਮਿਊਨਿਟੀ ਭਾਪਾ ਕਮਿਊਨਿਟੀ, ਉੱਤੇ ਤੁਹਾਨੂੰ ਬੜੇ ਲਤੀਫੇ ਮਿਲਣਗੇ। ਲਤੀਫਿਆਂ ਦੇ ਵਿੱਚ ਔਰਤ ਨੂੰ ਕਿੱਦਾਂ ਬੇਇੱਜ਼ਤ ਕੀਤਾ ਜਾਂਦਾ, ਉੱਤੇ ਬੜੇ ਲਤੀਫੇ ਮਿਲਣਗੇ। ਇਹਦੇ 'ਤੇ ਕੰਮ ਹੋਣ ਵਾਲਾ ਵੀ ਕੋਈ ਸਾਨੂੰ ਇਹ 'ਤੇ ਕੰਮ ਕਰਕੇ ਦੇਵੇ ਵੀ ਇਹਦੇ ਸਮਾਜਿਕ ਅਤੇ ਆਰਥਿਕ ਕੀ ਕਾਰਨ ਨੇ, ਵੀ ਕਿਉਂ ਹੈ। ਲਤੀਫਿਆਂ ਦਾ ਇੱਕ ਵੱਖਰਾ ਸੰਸਾਰ ਹੈ। ਪਰ ਕਈ ਲਤੀਫੇ ਇੰਨੇ ਪੋਲੀਟੀਕਲ ਸਟਾਇਰ ਹੁੰਦੇ ਆ ਵੀ ਆਸ਼ਸ਼ ਤੁਸੀਂ ਕਰ ਉੱਠਦੇ ਆ। ਉਹ ਕਹਾਣੀ ਜਾਂ ਕਵਿਤਾ ਰਾਹੀਂ ਗੱਲ ਨਹੀਂ ਕਹੀ ਜਾ ਸਕਦੀ। ਜਿਹੜੇ ਇੱਕ ਸਟਾਇਰ ਲਤੀਫੇ 'ਚ ਆਉਂਦਾ ਪੋਲੀਟੀਕਲ, ਕਿਸੇ ਕਮਿਊਨਿਟੀ ਦਾ ਕੰਮ ਧੰਦਾ ਕੀ ਹੈ, ਉਹਦੇ 'ਤੇ ਲਤੀਫੇ ਹੈ। ਸੋ ਇਸ ਤਰ੍ਹਾਂ ਦੇ ਕੰਮ ਅਸੀਂ ਕਰਵਾਏ ਆ। ਤੁਹਾਡਾ ਜਿਹੜਾ ਇੱਕ ਲਿਟਰੇਰੀ ਜਿਹੜਾ ਇੱਕ ਤੁਹਾਡਾ ਜਿਹੜਾ ਕੰਮ ਹੈ ਨਾ ਜੀ, ਉਹ ਖਾ ਜਾਂਦਾ ਕਈ ਵਾਰੀ। ਮਤਲਬ ਪਹਿਲਾਂ ਵੀ ਇੰਨੇ ਸਾਲ ਤੋਂ ਜਰਨਲਿਜ਼ਮ ਕਰ ਰਹੇ ਹਾਂ, ਡੈਸਕ 'ਤੇ ਬੈਠ ਕੇ ਕੰਮ ਕੀਤਾ ਹੈ, ਲੋਕਾਂ ਦੇ ਵਿੰਗੇ ਟੇਢੇ ਅੱਖੜੇ ਸਿੱਧੇ ਕਰਦਿਆਂ ਟਾਈਮ ਸਾਰਾ ਲੰਘ ਜਾਂਦਾ। ਅਤੇ ਪਰ ਉਹਦੇ ਬਾਵਜੂਦ ਲਿਖਣ ਦਾ ਕਾਰਜ ਲਗਾਤਾਰ ਜਾਰੀ ਹੈ। ਇੱਕ ਕਿਤਾਬ ਮੇਰੀ ਛਪੀ ਆਖਾਂ ਜੀਵਾਂ, ਅਤੇ ਪਰ ਗਜ਼ਲ ਦੀ ਕਿਤਾਬ ਅਤੇ ਨਜ਼ਮ ਦੀ ਕਿਤਾਬ ਬਿਲਕੁਲ ਤਿਆਰ ਹੈ, ਕਿਸੇ ਵੇਲੇ ਵੀ ਉਹ ਆ ਸਕਦੀ। ਪਰ ਮੈਂ ਆਪਣੇ ਆਪ ਲਈ ਘੋਲੀ ਹਾਂ, ਆਪਣੇ ਆਪ ਲਈ ਹਮੇਸ਼ਾ ਘੋਲੀ ਹਾਂ। ਈਵਨ ਜਿਹੜਾ ਆਪਣਾ ਮੈਗਜ਼ੀਨ ਹੈ, ਇਸ ਮੈਗਜ਼ੀਨ 'ਚ ਤਾਂ ਚਲੋ ਸਾਡਾ ਫੈਸਲਾ ਹੀ ਹੈ ਵੀ ਅਸੀਂ ਆਪਣੀ ਕੋਈ ਨਜ਼ਮ ਦੀ ਸਤਰ ਜਾਂ ਗਜ਼ਲ ਨਹੀਂ ਛਾਪਣੀ। 15 ਸਾਲਾਂ 'ਚ ਮੇਰੀ ਕੋਈ ਗਜ਼ਲ ਮੇਰੇ ਆਪਣੇ ਮੈਗਜ਼ੀਨ ਹੁਣ 'ਚ ਨਹੀਂ ਛਪੀ, ਨਾ ਹੀ ਉਹ ਛਪਣੀ ਹੈ, ਕਦੀ ਵੀ ਨਹੀਂ ਛਪਣੀ। ਬਾਕੀ ਮੈਗਜ਼ੀਨਾਂ ਨੂੰ ਵੀ ਨਹੀਂ ਮੈਂ ਭੇਜਦਾ ਜੇ ਕੋਈ ਮੰਗ ਲੈਂਦੇ ਆ ਤਾਂ। ਮਤਲਬ ਇੰਨਾ ਮੈਂ ਆਪਣੇ ਪ੍ਰਤੀ। ਬੜੀ ਜਰਜ਼ਰ ਹੋਈ ਕਿਸ਼ਤੀ ਮਲਾਹ ਸਸਤਾਉਣ ਲੱਗਾ ਹੈ, ਸਮੁੰਦਰ ਅੱਜ ਕੱਲ੍ਹ ਮੱਛੀਆਂ ਨੂੰ ਸੁੱਕਣੇ ਪਾਉਣ ਲੱਗਾ ਹੈ। ਮੈਂ ਗਜ਼ਲ ਹੋਵੇ ਜਾਂ ਨਜ਼ਮ ਹੋਵੇ, ਮੈਂ ਕਹਿੰਦਾ ਵੀ ਕਈ ਗਜ਼ਲ ਅਤੇ ਨਜ਼ਮ ਦੀ ਖੂਬਸੂਰਤੀ ਇਹ ਹੁੰਦੀ ਆ ਵੀ ਤੁਸੀਂ ਗੱਲ ਕਹਿਣੀ ਆ ਅਤੇ ਚਿਹਰਾ ਜਿਹੜਾ ਆ ਉਹਦਾ ਜ਼ਰੂਰੀ ਨਹੀਂ ਉਹਦਾ ਨਾਂ ਵਿੱਚ ਲੈ ਕੇ ਆਉਣਾ। ਤੁਹਾਨੂੰ ਪਤਾ ਲੱਗ ਜਾਂਦਾ ਤੁਸੀਂ ਸਮੁੰਦਰ ਕਿਹਨੂੰ ਕਹਿ ਰਹੇ ਹੋ, ਮੱਛੀਆਂ ਕਿਹਨੂੰ ਕਹਿ ਰਹੇ ਹੋ, ਕਿਸ਼ਤੀ ਕੀ ਆ। ਇਹ ਸਾਰਾ ਕੁਝ ਇਸ ਗਜ਼ਲ ਦਾ ਹਿੱਸਾ ਹੈ। ਅਤੇ ਬੜੀ ਜਰਜ਼ਰ ਹੋਈ ਕਿਸ਼ਤੀ ਮਲਾਹ ਸਸਤਾਉਣ ਲੱਗਾ ਹੈ, ਸਮੁੰਦਰ ਅੱਜ ਕੱਲ੍ਹ ਮੱਛੀਆਂ ਨੂੰ ਸੁੱਕਣੇ ਪਾਉਣ ਲੱਗਾ ਹੈ। ਉਹਦੇ ਸ਼ਬਦਾਂ 'ਚ ਜੁਗਨੂੰ ਚਿਣਗ ਤੇ ਸੂਰਜ ਦੇ ਦਾਅਵੇ ਨੇ, ਉਹਦੇ ਸ਼ਬਦਾਂ 'ਚ ਜੁਗਨੂੰ ਚਿਣਗ ਤੇ ਸੂਰਜ ਦੇ ਦਾਅਵੇ ਨੇ, ਮਗਰ ਅਮਲਾਂ 'ਚੋਂ ਚਾਨਣ ਦੇ ਰੁੱਖ ਕਟਵਾਉਣ ਲੱਗਾ ਹੈ, ਮਗਰ ਅਮਲਾਂ 'ਚੋਂ ਚਾਨਣ ਦੇ ਰੁੱਖ ਕਟਵਾਉਣ ਲੱਗਾ ਹੈ। ਸਜ਼ਾ ਕੈਸੀ ਮਿਲੀ ਸ਼ਬਦਾਂ ਸੁਰਾਂ ਸਾਜਿੰਦਿਆਂ ਨੂੰ ਹੈ, ਸਜ਼ਾ ਕੈਸੀ ਮਿਲੀ ਸ਼ਬਦਾਂ ਸੁਰਾਂ, ਸਜ਼ਾ ਕੈਸੀ ਮਿਲੀ ਸ਼ਬਦਾਂ ਸੁਰਾਂ ਸਾਜਿੰਦਿਆਂ ਨੂੰ ਹੈ,
कि कोयला बेदखल करके हर एक ਕਾਂ ਗਾਉਣ ਲੱਗਾ ਹੈ। तो ਤੁਸੀਂ ਉੱਚੀ ਨਾ ਬੋਲੋ ਤੇ ਸੁਣੋ ਲਹਿਰਾਂ ਦੀ ਸਰਗੋਸ਼ੀ, ਤੁਸੀਂ ਉੱਚੀ ਨਾ ਬੋਲੋ ਤੇ ਸੁਣੋ ਲਹਿਰਾਂ ਦੀ ਸਰਗੋਸ਼ੀ, ਕਿ ਅੱਧੀ ਰਾਤ ਹੈ ਚੰਨ ਝੀਲ ਅੰਦਰ ਸੌਣ ਲੱਗਾ ਹੈ। तो ये जाके राजे दे दरबार उसका गीत गाएगा, ये जाके राजे दे दरबार उसका गीत गाएगा, कवि राजे दे खंजर नूं जिवें लिशकाउण लगा है। तो बड़ी जर्जर हुई किश्ती मलाह सस्ताउण लगा है, समुंदर अजकल मच्छियां नूं सुकने पाउण लगा। ਤੇ ਨਾਲ ਇੱਕ ਵਾਰ ਫਿਰ ਮੈਂ ਸਾਹਿਤਧਾਰਾ ਚੈਨਲ ਦਾ ਵੀ ਤੇ ਮਨਦੀਪ ਕੌਰ ਭੰਵਰਾ ਹੋਰਾਂ ਦਾ ਵੀ ਬਹੁਤ ਸ਼ੁਕਰੀਆ ਅਦਾ ਕਰਦਾ ਕਿ ਤੁਸੀਂ ਮੈਨੂੰ ਜੋੜਿਆ ਸਾਰੀ ਦੁਨੀਆ ਦੇ ਨਾਲ। ਤੇ ਮੇਰੀਆਂ ਦੁਆਵਾਂ ਵੀ ਨੇ ਸਾਹਿਤਧਾਰਾ ਚੈਨਲ ਵਾਸਤੇ ਵੀ ਇਹ ਚੈਨਲ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਨਵੀਆਂ ਬੁਲੰਦੀਆਂ ਛੂਹੇ। ਤੁਹਾਡੇ ਵਰਗੇ ਯੰਗ ਮੈਨ ਇਸ ਚੈਨਲ ਦੇ ਨਾਲ ਜੁੜੇ ਹੋਏ ਨੇ, ਸੋ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਧੰਨਵਾਦ।